ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦੇਂਦਿਆਂ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਜੀਅਰੇ ਓਲਾ ਨਾਮ ਕਾ ਆਵਰ ਜੇ ਕਰਨ ਕਰਾਵਣੋ। ਤਿਨ ਮੈਂ ਭਉ ਹੈ ਜਾਮ ਕਾ ਰਹਾਉ। ਜੀਅਰੇ ਓਲਾ ਨਾਮ ਕਾ ਆਵਰ ਜੇ ਕਰਨ ਕਰਾਵਣੋ। ਤਿਨ ਮੈਂ ਭਉ ਹੈ ਜਾਮ ਕਾ ਰਹਾਉ। ਆਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ। ਲਾਖ ਹਿਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ। ਅਹਾਂ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ। ਪ੍ਰਭ ਕਿਰਪਾਲ ਕਿਰਪਾ ਕਰੈ ਨਾਨਕ ਨਾਮ ਸਾਧੂ ਸੰਗ ਮਿਲੈ। ਪ੍ਰਭੂ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ
ਗੁਰੂ ਦੀ ਪਵਿੱਤਰ ਨਿੱਘ ਦਾ ਗੋਦ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 211 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ, ਜੀ ਅਰੇ, ਹੇ ਜੀ ਅਰੇ, ਹੇ ਜੀਵ, ਓਲਾ ਨਾਮ ਕਾ, ਕਿ ਪਰਮੇਸ਼ਰ ਦੇ ਨਾਮ ਦਾ ਹੀ ਓਲਾ, ਨਾਮ ਦਾ ਹੀ ਆਸਰਾ, ਨਾਮ ਦਾ ਹੀ ਪੜਦਾ ਕਰ। ਕਿ ਜੇ ਆਸਰਾ ਲੈਣਾ ਹੈ ਤਾਂ ਵੀ ਪਰਮੇਸ਼ਰ ਦੇ ਨਾਮ ਦਾ ਹੀ ਲੈ, ਜੇ ਕੋਈ ਪੜਦਾ ਕਰਨਾ ਹੈ ਤਾਂ ਵੀ ਪਰਮੇਸ਼ਰ ਦੇ ਨਾਮ ਦਾ ਹੀ ਕਰਨਾ ਕਰ। ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਆਵਰ ਜੇ ਕਰਨ ਕਰਾਵਨੋ, ਜੋ ਪਰਮੇਸ਼ਰ ਦਾ ਨਾਮ ਹੈ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜਾ ਆਸਰਾ ਲੈਣਾ ਹੈ ਜਾਂ ਕੋਈ ਪੜਦਾ ਕਰਨਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜੇ ਆਵਰ ਹੋਰ ਯਤਨ ਆਦਿਕ ਆਪ ਕਰਨੇ ਤੇ ਕਰਾਵਨੋਂ ਹੋਰਨਾਂ ਤੋਂ ਕਰਾਉਣੇ ਹਨ। ਭਾਵ ਕਿ ਜੇ ਸੋਚੇ ਕਿ ਆਪ ਨਾਮ ਨਾ ਜਪਾਂ ਤੇ ਮਾਇਆ ਦੇ ਕੇ ਕਿਸੇ ਨੂੰ ਕਹਿ ਦੇ ਕਿ ਮੇਰੇ ਵਾਸਤੇ ਨਾਮ ਜਪਦੇ, ਇਹ ਹੋਰ ਤੋਂ ਯਤਨ ਕੀਤਾ ਹੋਇਆ ਤੇਰੇ ਵਾਸਤੇ ਲਾਭਦਾਇਕ ਨਹੀਂ ਹੈ। ਪਰ ਆਵਰ ਜੇ ਯਤਨ ਕਰਾਵਨੋਂ, ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜੇ ਆਵਰ ਹੋਰ ਯਤਨ ਆਪ ਕਰਨੇ ਤੇ ਹੋਰਨਾਂ ਤੋਂ ਕਰਾਉਣੇ ਹਨ, ਉਹਨਾਂ ਯਤਨਾਂ ਵਿੱਚ ਜਮਾਂ ਦਾ ਹੀ ਭਉ, ਜਮਾਂ ਦਾ ਹੀ ਡਰ ਬਣਿਆ ਰਹਿੰਦਾ ਹੈ। ਕਿ ਜੇ ਕਿਸੇ ਹੋਰ ਵਿਧੀ ਦੇ ਨਾਲ, ਹੋਰ ਧਰਮਾਂ ਮੁਤਾਬਕ ਤੂੰ ਸੋਚੇ ਕਿ ਹੋਰ ਯਤਨ ਕਰਕੇ ਸੁੱਖ ਪ੍ਰਾਪਤ ਹੋ ਜਾਣਗੇ ਜਾਂ ਮੁਕਤੀ ਹੋ ਜਾਏਗੀ ਜਾਂ ਨਾਮ ਦੇ ਬਰਾਬਰ ਦਾ ਲਾਹਾ ਪ੍ਰਾਪਤ ਹੋ ਜਾਏਗਾ, ਮਹਾਰਾਜ ਜੀ ਕਹਿਣ ਲੱਗੇ ਕੁਝ ਵੀ ਨਹੀਂ ਹੋਣਾ। ਤਾਂ ਵੀ ਉਹਨਾਂ ਯਤਨਾਂ ਕਰਨ ਨਾਲ ਜਮਾਂ ਦਾ ਡਰ ਬਣਿਆ ਰਹਿਣਾ ਹੈ। ਜੀ ਅਰੇ ਓਲਾ ਨਾਮ ਕਾ, ਆਵਰ ਜੇ ਕਰਨ ਕਰਾਵਨੋ, ਤਿਨ ਮੈਂ ਭਉ ਹੈ ਜਾਮ ਕਾ। ਕਿ ਹੇ ਜੀ ਅਰੇ ਜੀਵ, ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਲੈਣਾ ਕਰ, ਪਰਮੇਸ਼ਰ ਦੇ ਨਾਮ ਦਾ ਹੀ ਪੜਦਾ ਬਣਾਉਣਾ ਕਰ। ਕਿ ਜੇ ਨਾਮ ਤੋਂ ਬਿਨਾ ਹੋਰ ਪੜਦੇ ਬਣਾਉਣਾ ਕਰੇਗਾ ਸਾਰੇ ਚੱਕੇ ਜਾਣਗੇ, ਪੜਦਾ ਤੇਰਾ ਕੋਈ ਨਹੀਂ ਰਹਿਣਾ। ਕਿਉਂਕਿ ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਹਿਸਾਬ ਕਿਤਾਬ ਹੋਣਾ ਹੈ, ਚਿੱਤਰ ਗੁਪਤ ਤੇਰੇ ਲੇਖੇ ਲਿਖੀ ਜਾਂਦਾ ਹੈ, ਸਭ ਉੱਥੇ ਚੱਕੇ ਜਾਣੇ ਹਨ ਤੇਰੇ ਪੜਦੇ। ਜੇ ਨਾਮ ਦਾ ਪੜਦਾ ਲਿਆ ਹੋਇਆ, ਨਾਮ ਦਾ ਆਸਰਾ ਲਿਆ ਹੋਇਆ, ਤਾਂ ਲੇਖੇ ਜੋਖੇ ਸਾਰੇ ਤੇਰੇ ਮਿਟ ਜਾਣਗੇ। ਆਵਰ ਜੇ ਕਰਨ ਕਰਾਵਣੋਂ, ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜੇ ਆਵਰ ਹੋਰ ਯਤਨ ਆਦਿਕ ਆਪ ਕਰਨੇ ਤੇ ਹੋਰਨਾਂ ਤੋਂ ਕਰਾਉਣੇ ਹਨ, ਤਿੰਨ ਮੈਂ ਭਉ ਹੈ ਜਾਮ ਕਾ, ਉਹਨਾਂ ਯਤਨਾਂ ਵਿੱਚ ਜਮਾਂ ਦਾ ਹੀ ਡਰ ਬਣਿਆ ਰਹਿੰਦਾ ਹੈ। ਰਹਾਉ ਵਿਚਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ, ਆਵਰ ਯਤਨ ਨਹੀਂ ਪਾਈਐ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਆਵਰ ਹੋਰ, ਅਨੇਕਾਂ ਯਤਨ ਅਨੇਕਾਂ ਉਦਮ ਕਰਨ ਕਰਕੇ ਉਹ ਪਰਮੇਸ਼ਰ ਪਾਇਆ ਨਹੀਂ ਜਾਂਦਾ। ਆਵਰ ਯਤਨ ਨਹੀਂ ਪਾਈਐ, ਕਿ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਕਿਤਨੇ ਵੀ
ਯਤਨ ਕਰ ਲੇਂ, ਕਿਤਨੇ ਵੀ ਉਦਮ ਕਰ ਲੇਂ, ਉਹ ਪਰਮੇਸ਼ਰ ਪਾਇਆ ਨਹੀਂ ਜਾਂਦਾ। ਉਹ ਪਰਮੇਸ਼ਰ ਨਾਮ ਜਪ ਕੇ ਹੀ ਪਾਇਆ ਜਾਂਦਾ ਹੈ। ਜਿਹੜਾ ਨਾਮ ਜਪਦਾ ਹੈ ਵੱਡਾ ਭਾਗ ਹਰ ਧਿਆਈਐ, ਕਿ ਵੱਡਿਆਂ ਭਾਗਾਂ ਕਰਕੇ ਹੀ ਵਾਹਿਗੁਰੂ ਨੂੰ ਧਿਆਈਐ, ਧਿਆਇਆ ਜਾਂਦਾ ਹੈ, ਉਸ ਦਾ ਨਾਮ ਜਪਿਆ ਜਾਂਦਾ ਹੈ। ਨਾਮ ਜਪ ਕੇ ਹੀ ਉਹ ਪਰਮੇਸ਼ਰ ਪਾਇਆ ਜਾਂਦਾ ਹੈ। ਕਿ ਜਿਨ੍ਹਾਂ ਦੀ ਵਡਿਆਈ ਦੀ ਇੱਛਾ ਭੱਜ ਗਈ ਹੈ, ਕਿ ਜਿਨ੍ਹਾਂ ਦੀ ਵਡਿਆਈ ਦੀ ਇੱਛਾ ਭੱਜ ਗਈ ਹੈ, ਭਾਵ ਇਸ ਸੰਸਾਰ ਦੀ ਵਡਿਆਈ ਜਿਨ੍ਹਾਂ ਦੇ ਅੰਦਰੋਂ ਮੁੱਕ ਗਈ ਹੈ, ਕਿ ਕੋਈ ਵਡਿਆਈ ਦੀ ਲੋੜ ਨਹੀਂ, ਉਹ ਹੀ ਹਰੀ ਨੂੰ, ਉਹ ਹੀ ਪਰਮੇਸ਼ਰ ਨੂੰ ਧਿਆਉਣਾ ਕਰਦੇ ਹਨ। ਲੋਗਨ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਕਿ ਜਿਹੜੀਆਂ ਲੋਕਾਂ ਦੀਆਂ ਵਡਿਆਈਆਂ ਹਨ ਉਹਨਾਂ ਨੂੰ ਅੱਗਾਂ ਦੇ ਵਿੱਚ ਜਾਲ ਕੇ ਪਰਮੇਸ਼ਰ ਦਾ ਨਾਮ ਜਪ ਲੈ। ਜੇ ਤੂੰ ਆਪਣਾ ਮਨੁੱਖਾ ਜਨਮ ਦਾ ਲਾਹਾ ਚਾਹੁੰਦਾ ਹੈ, ਦੁਨੀਆ ਦੀਆਂ ਵਡਿਆਈਆਂ, ਜੋ ਦੁਨੀਆ ਵਡਿਆਈ ਕਰਦੀ ਹੈ 2 ਮਿੰਟ ਦੀ ਹੈ, 4 ਮਿੰਟ ਦੀ ਹੈ, 2 ਸਾਲ ਦੀ ਹੈ, ਪਰ ਜਿਹੜਾ ਨਾਮ ਜਪਣਾ ਹੈ ਮੁੜ ਕੇ 84 ਲੱਖ ਦਾ ਗੇੜ ਮੁੱਕ ਜਾਣਾ ਹੈ ਤੇ ਮਨੁੱਖਾ ਜਨਮ ਆਇਆ ਹੋਇਆ ਸਫਲਾ ਹੋ ਜਾਣਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਲਾਖ ਹਿਕਮਤੀ ਜਾਣੀਐ, ਆਗੈ ਤਿਲ ਨਹੀਂ ਮਾਨੀਐ। ਲਾਖ ਹਿਕਮਤੀ ਜਾਣੀਐ, ਆਗੈ ਤਿਲ ਨਹੀਂ ਮਾਨੀਐ। ਜੇਕਰ ਲੱਖ ਲੱਖਾਂ ਹੀ ਹਿਕਮਤੀ ਹਕੀਮੀ ਚਤਰਾਈਆਂ ਸਿਆਣਪਾਂ ਜਾਣ ਲਈਏ, ਲਾਖ ਹਿਕਮਤੀ ਜਾਣੀਐ, ਜੇਕਰ ਲੱਖਾਂ ਹੀ ਹਿਕਮਤੀ ਹਕੀਮੀ ਚਤਰਾਈਆਂ ਸਿਆਣਪਾਂ ਜਾਣ ਲਈਏ, ਪਰ ਆਗੈ ਤਿਲ ਨਹੀਂ ਮਾਨੀਐ, ਪਰ ਉਹ ਅੱਗੇ ਪਰਲੋਕ ਵਿੱਚ ਤਿਲ ਮਾਤਰ ਵੀ ਨਹੀਂ ਮੰਨੀਆਂ ਜਾਣਗੀਆਂ। ਇੱਥੇ ਤੂੰ ਭਾਵੇਂ ਦੀ ਲੱਖਾਂ ਹੀ ਹਿਕਮਤੀ ਕਿ ਹਕੀਮੀਆਂ ਕਰਕੇ ਸਿਆਣਾ ਬਣ ਜੇ, ਚਤਰਾਈਆਂ ਕਰਕੇ ਸਿਆਣਾ ਬਣ ਜੇ, ਇਹ ਤੇਰੀਆਂ ਚਤਰਾਈਆਂ ਅੱਗੇ ਪਰਲੋਕ ਵਿੱਚ ਤਿਲ ਮਾਤਰ ਵੀ ਮੰਨੀਆਂ ਨਹੀਂ ਜਾਣਗੀਆਂ। ਤਿਲ ਦਾ ਦਾਣਾ ਕਿਤਨਾ ਹੁੰਦਾ ਹੈ, ਉਸ ਦੇ ਭਾਰ ਬਰੋਬਰ ਵੀ ਤੇਰੀਆਂ ਇਹ ਸਿਆਣਪਾਂ ਉੱਥੇ ਮੰਨੀਆਂ ਨਹੀਂ ਜਾਣੀਆਂ। ਉੱਥੇ ਤੇਰਾ ਇਸ ਸਿਆਣਪ ਦਾ, ਇੱਥੇ ਸਿਆਣਪ ਦਾ ਤੇ ਇੱਥੇ ਹਿਕਮਤੀ ਕੀਤੀਆਂ ਗੱਲਾਂ ਦਾ ਤੇਰਾ ਕੁਝ ਵੀ ਮੁੱਲ ਨਹੀਂ ਪੈਣਾ। ਅਹ ਬੁੱਧ ਕਰਮ ਕਮਾਵਣੇ, ਜਿਹੜੇ ਅਹ ਬੁੱਧ ਅਭਿਮਾਨ ਭਰੀ ਬੁੱਧੀ ਦੇ ਸਹਿਤ ਕਰਮ ਕਮਾਵਣੇ, ਕਿ ਕਰਮ ਕਰਨੇ ਹਨ, ਜਿਹੜੇ ਹੰਕਾਰ ਦੇ ਨਾਲ ਬੁੱਧੀ ਦੇ ਸਹਿਤ ਕਰਮ ਕਰਾਵਣੇ ਕਰਨੇ ਹਨ। ਗ੍ਰਹਿ ਬਾਲੂ ਨੀਰ ਬਹਾਵਣੇ, ਉਹ ਤਾਂ ਇਸ ਪ੍ਰਕਾਰ ਨਾਸਵੰਤ ਹਨ, ਜਿਵੇਂ ਬਾਲੂ ਹੁੰਦਾ ਰੇਤਾ, ਜਿਵੇਂ ਰੇਤੇ ਦੇ ਘਰ ਨੂੰ ਨੀਰ ਪਾਣੀ ਬਹਾਵਨੇ ਬਹਾ ਕੇ ਰੋੜ ਕੇ ਲੈ ਜਾਂਦਾ ਹੈ। ਆਹ ਬੁੱਧ ਕਰਮ ਕਮਾਵਣੇ, ਗ੍ਰਹਿ ਬਾਲੂ ਨੀਰ ਬਹਾਵਣੇ। ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਅਭਿਮਾਨ ਭਰੀ ਹੰਕਾਰ ਭਰੀ ਬੁੱਧੀ ਦੇ ਸਹਿਤ ਕਰਮ ਕਰਨੇ ਹਨ, ਹੰਕਾਰ ਦੇ ਵਿੱਚ ਜਿਹੜੇ ਕੰਮ ਕਰਨੇ ਹਨ, ਉਹ ਤਾਂ ਇਸ ਪ੍ਰਕਾਰ ਨਾਸਵੰਤ ਹਨ, ਜਿਵੇਂ ਰੇਤੇ ਦੇ ਘਰ ਨੂੰ ਪਾਣੀ ਰੋੜ ਕੇ ਲੈ ਜਾਂਦਾ ਹੈ। ਇਸੇ ਹੀ ਤਰ੍ਹਾਂ ਕਿ ਤੇਰੇ ਹੰਕਾਰ ਭਰੀ ਬੁੱਧੀ ਜਿਹੜੇ ਕਰਮ ਕਰਦੀ ਹੈ, ਉਹ ਤੇਰੇ ਕਿਸੇ ਵੀ ਕੰਮ ਨਹੀਂ, ਕਿ ਜਿਵੇਂ ਰੇਤੇ ਦਾ ਘਰ ਪਾਣੀ ਨਾਲ ਖਤਮ ਹੋ ਜਾਂਦਾ ਹੈ, ਤੇਰੇ ਹੰਕਾਰ ਭਰੇ ਕੰਮ ਕਿਸੇ ਕੰਮ ਨਹੀਂ ਆਉਣੇ। ਪ੍ਰਭ ਕਿਰਪਾਲੂ ਕਿਰਪਾ ਕਰੈ, ਹੇ ਭਾਈ ਜਦੋਂ ਕਿਰਪਾਲੂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਨਾਮ ਨਾਨਕ ਸਾਧੂ ਸੰਗ ਮਿਲੈ, ਕਿ ਸਤਿਗੁਰੂ ਜੀ ਸਮਝਾ ਰਹੇ ਹਨ, ਹੇ ਭਾਈ ਸਾਧੂ ਮਹਾਂਪੁਰਖਾਂ ਦੇ ਨਾਲ ਮਿਲਣੇ ਕਰਕੇ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ।
ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ। ਹੇ ਭਾਈ, ਜਦੋਂ ਕਿਰਪਾਲ ਕਿਰਪਾਲੂ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਦਾ ਹੈ ਤਾਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹੇ ਭਾਈ, ਸਾਧੂ ਮਹਾਂਪੁਰਖਾਂ ਦੇ ਨਾਲ ਮਿਲਣੇ ਕਰਕੇ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਗੌੜੀ ਮਹੱਲਾ ਪੰਜਵਾ। ਬਾਰਨੈ ਬਲਹਾਰਨੈ ਲਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਆਧਰਿਆ ਰਹਾਉ। ਕਰਨ ਕਰਾਵਨ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਟੇਕ। ਰਾਜ ਜੋਵਨ ਪ੍ਰਭ ਤੂੰ ਧਨੀ, ਤੂੰ ਨਿਰਗੁਣ ਤੂੰ ਸਰਗੁਣੀ। ਈਹਾਂ ਊਹਾਂ ਤੁਮ ਰੱਖੇ, ਗੁਰ ਕਿਰਪਾ ਤੇ ਕੋ ਲਖੇ। ਅੰਤਰਜਾਮੀ ਪ੍ਰਭ ਸੁਜਾਨ, ਨਾਨਕ ਤੱਕਿਆ ਤੂੰ ਹੀ ਤਾਣ। ਅੰਤਰਜਾਮੀ ਪ੍ਰਭ ਸੁਜਾਨ, ਨਾਨਕ ਤੱਕਿਆ ਤੂੰ ਹੀ ਤਾਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਹਿਣ ਲੱਗੇ, ਬਾਰਨੈ ਬਲਹਾਰਨੈ ਲਖ ਬਰੀਆ। ਜਿਹੜੇ ਗੁਰੂ ਸਾਹਿਬ ਜੀ ਤੋਂ ਆਪਣਾ ਸਭ ਕੁਝ ਬਾਰਨੈ ਕੁਰਬਾਨ ਕਰ ਦਿੰਦੇ ਹਨ, ਆਪਾ ਬਾਰ ਦਿੰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅਸੀਂ ਉਹਨਾਂ ਤੋਂ ਲੱਖ ਬਰੀਆ ਲੱਖਾਂ ਵਾਰੀ ਬਲਹਾਰ ਜਾਂਦੇ ਹਾਂ। ਬਾਰਨੈ ਬਲਹਾਰਨੈ ਲਖ ਬਰੀਆ, ਕਿ ਜਿਹੜੇ ਗੁਰੂ ਸਾਹਿਬ ਜੀ ਤੋਂ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੇ ਹਨ, ਆਪਾ ਵਾਰ ਦਿੰਦੇ ਹਨ, ਅਸੀਂ ਉਹਨਾਂ ਤੋਂ ਲੱਖਾਂ ਵਾਰੀ ਬਲਹਾਰਨੈ ਬਲਹਾਰ ਜਾਂਦੇ ਹਾਂ। ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਆਧਰਿਆ, ਕਿ ਹੇ ਸਾਹਿਬ, ਹੇ ਮਾਲਕ ਵਾਹਿਗੁਰੂ, ਸਾਰਿਆਂ ਨਾਮਾਂ ਵਿੱਚੋਂ ਕੇਵਲ ਆਪ ਜੀ ਦਾ ਨਾਮ ਹੀ ਮੇਰੇ ਪ੍ਰਾਣਾਂ ਦਾ ਆਧਰਿਆ ਆਸਰਾ ਹੈ। ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਆਧਰਿਆ, ਕਿ ਹੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ, ਸਾਰਿਆਂ ਨਾਮਾਂ ਵਿੱਚੋਂ ਕੇਵਲ ਆਪ ਜੀ ਦਾ ਨਾਮ ਹੈ। ਆਪ ਜੀ ਦਾ ਨਾਮ ਹੀ ਮੇਰੇ ਪ੍ਰਾਣਾਂ ਦਾ, ਮੇਰੇ ਸਵਾਸਾਂ ਦਾ ਆਧਰਿਆ ਆਸਰਾ ਹੈ। ਕਰਨ ਕਰਾਵਨ ਤੂੰ ਹੀ ਏਕ, ਹੇ ਪਰਮੇਸ਼ਰ, ਸਾਰੇ ਕਾਰਜਾਂ ਦੇ ਤਾਈਂ ਕਰਨ ਵਾਲਾ ਅਤੇ ਕਰਾਵਨ ਕਰਾਉਣ ਵਾਲਾ ਤੂੰ ਹੀ ਏਕ, ਇੱਕ ਤੂੰ ਹੀ ਹੈ। ਜੀ ਜੰਤ ਕੀ ਤੂੰ ਹੀ ਟੇਕ। ਜਿਤਨੇ ਵੀ ਜੀ, ਸੂਖਮ ਜੀਵ ਅਤੇ ਜੰਤ, ਅਸਥੂਲ ਜੀਵ, ਵੱਡੇ ਛੋਟੇ ਜੀਵ ਹਨ, ਤੂੰ ਹੀ ਟੇਕ ਉਹਨਾਂ ਦੀ, ਤੂੰ ਹੀ ਟੇਕ ਹੈ, ਤੂੰ ਹੀ ਓਟ ਹੈ। ਰਾਜ ਜੋਵਨ ਪ੍ਰਭ ਤੂੰ ਧਨੀ, ਰਾਜ ਜੋਵਨ ਪ੍ਰਭ ਤੂੰ ਧਨੀ। ਹੈ ਪ੍ਰਭੂ, ਰਾਜ ਭਾਗ ਅਤੇ ਜੋਵਨ ਜਵਾਨੀ ਦੇਣ ਵਾਲਾ ਵੀ ਇੱਕ ਤੂੰ ਹੀ ਮਾਲਕ ਹੈ। ਰਾਜ ਜੋਵਨ ਪ੍ਰਭ ਤੂੰ ਧਨੀ। ਹੈ ਪ੍ਰਭੂ, ਹੈ ਪਰਮੇਸ਼ਰ, ਰਾਜ ਭਾਗ ਅਤੇ ਜੋਵਨ ਜਵਾਨੀ ਦੇਣ ਵਾਲਾ ਵੀ ਇੱਕ ਤੂੰ ਹੀ ਮਾਲਕ ਹੈ। ਕਿ ਰਾਜ ਗਿਆਨ ਬਖਸ਼ਣ ਵਾਲਾ ਅਤੇ ਸੌਂਕ ਅਵਸਥਾ ਰੂਪੀ ਜਵਾਨੀ ਦੇਣ ਵਾਲਾ ਤੂੰ ਹੀ ਸ਼ਾਹੂਕਾਰ ਹੈ। ਤੂੰ ਨਿਰਗੁਣ ਤੂੰ ਸਰਗੁਣੀ। ਹੇ ਪ੍ਰਭੂ, ਤੂੰ ਹੀ ਨਿਰਗੁਣ, ਤਿੰਨਾਂ ਗੁਣਾਂ ਤੋਂ ਨਿਰਾਕਾਰ ਸਰੂਪ ਹੈ। ਤੂੰ ਆਪ ਹੀ ਮਾਇਆ ਸਬਲ ਹੋ ਕੇ ਅਤੇ ਤਿੰਨਾਂ ਗੁਣਾਂ ਦੇ ਸਹਿਤ ਹੋ ਕੇ ਸਰਗੁਣੀ ਸਰਗੁਣ ਸਰੂਪ ਹੈ।
ਤੂੰ ਆਪ ਹੀ ਨਿਰਗੁਣ ਦੀ ਨਿਆਈ ਜੀਵ ਰੂਪ ਹੈ, ਤੂੰ ਆਪ ਹੀ ਸਰਗੁਣ ਦੀ ਨਿਆਈ ਈਸ਼ਰ ਰੂਪ ਹੈ। ਈਹਾ ਊਹਾ ਤੁਮ ਰੱਖੇ ਗੁਰ ਕਿਰਪਾ ਤੇ ਕੋ ਲਖੇ। ਈਹਾ ਊਹਾ ਇਸ ਲੋਕ ਅਤੇ ਉਸ ਪਰਲੋਕ ਵਿੱਚ, ਤੁਮ ਰੱਖੇ ਤੁਸੀਂ ਹੀ ਰੱਖਦੇ ਹੋ, ਰੱਖਿਆ ਕਰਦੇ ਹੋ। ਪਰੰਤੂ ਗੁਰ ਕਿਰਪਾ ਤੇ ਕੋ ਲਖੇ, ਪਰੰਤੂ ਸਤਿਗੁਰੂ ਜੀ ਦੀ ਕਿਰਪਾ, ਸਤਿਗੁਰੂ ਜੀ ਦੀ ਦਇਆ ਤੋਂ ਹੀ ਕੋਈ ਬਿਰਲਾ ਹੀ ਇਸ ਗੱਲ ਨੂੰ ਲਖਦਾ ਹੈ, ਜਾਣਦਾ ਹੈ ਕਿ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਤੁਸੀਂ ਹੀ ਰੱਖਦੇ ਹੋ। ਇਹ ਵਿਚਾਰ ਕੋਈ ਬਿਰਲਾ ਹੀ ਰੱਖਦਾ ਹੈ। ਜਿਸ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹੀ ਉਸ ਪਰਮੇਸ਼ਰ ਨੂੰ ਜਾਣਦਾ ਹੈ ਕਿ ਕਰੇ ਕਰਾਏ ਆਪੇ ਆਪ, ਮਾਨਸ ਦੇ ਕਿਸ ਨਾਹੀ ਹਾਥ। ਉਹ ਇਹ ਕਹਿੰਦਾ ਹੈ ਕਿ ਪਰਮੇਸ਼ਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਇਸ ਜੀਵ ਦੇ ਕੁਝ ਵੀ ਵਸ ਨਹੀਂ। ਪਰ ਜਿਹੜੇ ਪਰਮੇਸ਼ਰ ਤੋਂ ਬੇਮੁਖ ਹੁੰਦੇ ਹਨ ਉਹਨਾਂ ਦੀ ਵਿਚਾਰ ਕੀ ਹੁੰਦੀ ਹੈ? ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹੜੇ ਪਰਮੇਸ਼ਰ ਤੇ ਭਰੋਸਾ ਯਕੀਨ ਨਹੀਂ ਰੱਖਦੇ, ਇਹ ਮੈਂ ਮੇਰੀ ਕਰਦੇ ਹਨ ਕਿ ਮੈਂ ਕੀਤਾ ਹੈ, ਮੇਰੇ ਕਰੇ ਤੋਂ ਹੋਇਆ ਹੈ, ਤੇ ਪਰਮੇਸ਼ਰ ਦੇ ਨਾਲੋਂ ਵਿਛੜੇ ਹੋਏ ਹਨ, ਬੇਮੁਖ ਹੋਏ ਹਨ। ਬੇਮੁਖ ਹੋਏ ਰਾਮ ਤੇ ਜਿਹੜੇ ਰਮੇ ਹੋਏ ਪਰਮੇਸ਼ਰ ਤੋਂ ਬੇਮੁਖ ਹੋਏ ਹਨ। ਲੱਗਣ ਜਨਮ ਵਿਜੋਗ ਕਿ ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਜੋਗ ਵਿਛੋੜਾ ਪੈ ਜਾਂਦਾ ਹੈ, ਕਿ 84 ਲੱਖ ਦਾ ਜਿਹੜਾ ਗੇੜ ਹੈ ਫਿਰ ਉਹ ਭੁਗਤਣਾ ਪੈਂਦਾ ਹੈ। ਅੰਤਰਜਾਮੀ ਪ੍ਰਭ ਸੁਜਾਨ, ਨਾਨਕ ਤੱਕਿਆ ਤੂੰ ਹੀ ਤਾਣ। ਅੰਤਰਜਾਮੀ ਪ੍ਰਭ ਸੁਜਾਨ, ਹੇ ਪਰਮੇਸ਼ਰ ਤੂੰ ਹੀ ਸਾਰਿਆਂ ਦੇ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ, ਸੁਜਾਨ ਸੁਗਿਆਨੀ ਚਤੁਰ ਹੈ। ਤੂੰ ਆਪ ਹੀ ਅੰਤਰਜਾਮੀ, ਅੰਦਰਲਾ ਪ੍ਰੇਰਕ ਹੈ, ਕਿ ਅੰਦਰੋਂ ਜਿਸ ਜੀਵ ਨੂੰ ਪ੍ਰੇਰਦਾ ਹੈ, ਨਾਮ ਦੇ ਵੱਲ ਲਾਉਂਦਾ ਹੈ, ਕਿ ਤੂੰ ਆਪ ਹੀ ਹੈ, ਆਪ ਹੀ ਸਾਰਿਆਂ ਦਾ ਸਵਾਮੀ ਮਾਲਕ ਹੈ, ਆਪ ਹੀ ਸਾਰਿਆਂ ਦਾ, ਸਾਰਿਆਂ ਦੇ ਜਾਣੀ ਜਾਣ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਹੈ, ਕਿ ਹਰੇਕ ਦੇ ਅੰਦਰ ਵਸ ਕੇ ਹਰੇਕ ਦੇ ਅੰਦਰ ਦੀ ਜਾਣਨ ਵਾਲਾ ਹੈ। ਨਾਨਕ ਤੱਕਿਆ ਤੂੰ ਹੀ ਤਾਣ। ਸਤਿਗੁਰੂ ਜੀ ਕਥਨ ਕਰਦੇ ਹਨ, ਗੁਰੂ ਅਰਜਨ ਦੇਵ ਮਹਾਰਾਜ ਜੀ, ਕਿ ਹੇ ਪ੍ਰਭੂ ਤੂੰ ਹੀ ਸਾਡਾ ਸਰੀਰਕ ਬਲ ਹੈ, ਤੂੰ ਹੀ ਸਾਡੇ ਮਨ ਦਾ ਤੱਕਿਆ ਆਸਰਾ ਹੈ। ਅਸੀਂ ਤੇਰਾ ਹੀ ਆਸਰਾ ਤੱਕਿਆ ਹੋਇਆ ਹੈ, ਕਿ ਤੂੰ ਹੀ ਸਾਡਾ ਲੋਕ ਪਰਲੋਕ ਵਿੱਚ ਤਾਣ ਹੈ, ਬਲ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਹੇ ਪ੍ਰਭੂ ਪਰਮੇਸ਼ਰ ਤੂੰ ਹੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ, ਸੁਜਾਨ ਕੇ ਚਾਤਰ ਹੈ। ਤੂੰ ਆਪ ਹੀ ਅੰਦਰਲਾ ਪ੍ਰੇਰਕ ਹੈ, ਆਪ ਹੀ ਸਾਰਿਆਂ ਦਾ ਸੁਆਮੀ ਮਾਲਕ, ਆਪ ਹੀ ਸੁਜਾਨ ਸਾਰਿਆਂ ਦਾ ਜਾਣੀ ਜਾਣ ਹੈ। ਗੌੜੀ ਮਹੱਲਾ ਪੰਜਵਾ। ਹਰ 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 ਆਰਾਧੀਐ, ਸੰਤ ਸੰਗ ਹਰ ਮਨ ਬਸੈ, ਭਰਮ ਮੋਹ ਭਉ ਸਾਧੀਐ ਰਹਾਉ। ਵੇਦ ਪ੍ਰਾਣ ਸਿਮਰਤ ਭਨੇ, ਸਭ ਊਚ ਬਿਰਾਜਤ ਜਨ ਸੁਨੇ। ਸਗਲ ਅਸਥਾਨ ਭੈ ਭੀਤ ਚੀਨ, ਰਾਮ ਸੇਵਕ ਭੈ ਰਹਿਤ ਕੀਨ। 184 ਜੋਨ ਫਿਰਹਿ, ਗੋਵਿੰਦ ਲੋਕ ਨਹੀਂ ਜਨਮ ਮਰਹਿ। ਬਲ ਬੁੱਧ ਸਿਆਣਪ ਹਉਮੈ ਰਹੀ, ਹਰ ਸਾਧ ਸਰਨ ਨਾਨਕ ਗਹੀ। ਬਾਲ ਬੁੱਧ ਸਿਆਣਪ ਹਉਮੈ ਰਹੀ, ਹਰ ਸਾਧ ਸਰਨ ਨਾਨਕ ਗਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਹਿਣ ਲੱਗੇ, ਹੇ ਭਾਈ, ਹਰ 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 ਆਰਾਧੀ ਹੈ। ਹਰ ਹਰੀ ਪਰਮੇਸ਼ਰ
ਜੋ ਹਰ ਹਰੇਕ ਦੇ ਪਾਪਾਂ ਨੂੰ ਹਰਨ ਵਾਲਾ ਹੈ। 3 ਵਾਰੀ ਹਰ ਹਰ ਆਇਆ ਹੈ ਕਿ ਪਹਿਲਾ ਹਰ ਹੈ ਹਰੀ ਪਰਮੇਸ਼ਰ, ਜੋ ਹਰ ਹਰੇਕ ਦੇ ਪਾਪਾਂ ਨੂੰ। ਤੀਜਾ ਹਰ ਹਰਨ ਵਾਲਾ, ਨਾਸ ਕਰਨ ਵਾਲਾ ਹੈ। ਉਸ ਨੂੰ ਅਰਾਧੀਐ ਮਨ ਬਾਣੀ ਸਰੀਰ ਕਰਕੇ, ਅਰਾਧਨਾ ਕਰੀਏ, ਧਿਆਉਣਾ ਕਰੀਏ। ਹੇ ਭਾਈ, ਹਰੀ ਪਰਮੇਸ਼ਰ ਜੋ ਹਰੇਕ ਦੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਉਸ ਨੂੰ ਮਨ ਕਰਕੇ, ਬਾਣੀ ਬੋਲਣੇ ਕਰਕੇ ਤੇ ਸਰੀਰ ਕਰਕੇ ਅਰਾਧਨਾ ਕਰੀਏ, ਧਿਆਉਣਾ ਕਰੀਏ। ਅਤੇ ਸੰਤ ਸੰਗ ਹਰ ਮਨ ਵਸੈ। ਅਤੇ ਸੰਤ ਸੰਗ, ਸਤ ਸੰਗਤ, ਸੰਤਾਂ ਮਹਾਂਪੁਰਖਾਂ ਦਾ ਸੰਗ ਕਰਕੇ ਪਰਮੇਸ਼ਰ ਮਨ ਦੇ ਵਿੱਚ ਵਸਦਾ ਹੈ, ਹਿਰਦੇ ਦੇ ਵਿੱਚ ਵਸਦਾ ਹੈ। ਸਤ ਸੰਗਤ ਦੇ ਵਿੱਚ ਕਿ ਮਹਾਂਪੁਰਖਾਂ ਦਾ ਸੰਗ ਕਰਕੇ ਪਰਮੇਸ਼ਰ ਹਿਰਦੇ ਵਿੱਚ ਵਸਦਾ ਹੈ। ਭਰਮ ਮੋਹ ਭਉ ਸਾਧੀਐ, ਕਿ ਉਸ ਪਰਮੇਸ਼ਰ ਦੇ ਵਸਣ ਕਰਕੇ, ਹਿਰਦੇ ਵਿੱਚ ਵਸਣ ਕਰਕੇ ਹੀ 5 ਪ੍ਰਕਾਰ ਦਾ ਭੁਲੇਖਾ ਤੇ ਅਗਿਆਨ ਅਤੇ 7 ਪ੍ਰਕਾਰ ਦੇ ਡਰ ਨੂੰ ਸਾਧੀਐ, ਸਾਧ ਲਈਦਾ ਹੈ, ਜਿੱਤ ਲਈਦਾ ਹੈ। ਸੰਤ ਸੰਗ ਹਰ ਮਨ ਵਸੈ, ਭਰਮ ਮੋਹ ਭਉ ਸਾਧੀਐ, ਕਿ ਸਤ ਸੰਗਤ ਕਰਕੇ ਪਰਮੇਸ਼ਰ ਹਿਰਦੇ ਵਿੱਚ ਵਸਦਾ ਹੈ। ਉਸ ਦੇ ਵਸਣ ਕਰਕੇ ਹੀ 5 ਪ੍ਰਕਾਰ ਦਾ ਭੁਲੇਖਾ ਤੇ ਅਗਿਆਨ ਅਤੇ 7 ਪ੍ਰਕਾਰ ਦੇ ਡਰ ਨੂੰ ਸਾਧ ਲੈਂਦਾ ਹੈ, ਜਿੱਤ ਲੈਂਦਾ ਹੈ। ਰਹਾਉ। ਮਹਾਰਾਜ ਜੀ ਵਿਸ਼ਰਾਮ ਦੇ ਕੇ ਕਹਿਣ ਲੱਗੇ, ਵੇਦ ਪ੍ਰਾਨ ਸਿਮਰਤ ਭਨੇ। ਵੇਦ ਚਾਰੇ ਵੇਦ, ਰਿਗਵੇਦ, ਜਜਰਵੇਦ, ਸ਼ਾਮ ਵੇਦ, ਅਥਰਵਣ ਵੇਦ, ਇਹ ਚਾਰੇ ਵੇਦ ਤੇ ਪ੍ਰਾਣ 18 ਧਰਮ ਗ੍ਰੰਥ, ਜਿਹੜੇ 18 ਧਰਮ ਗ੍ਰੰਥ ਹਨ, ਪ੍ਰਾਣ ਹਨ, ਕਿ ਇਹ ਸਾਰੇ ਉਚਾਰਦੇ ਹਨ। 18 ਪ੍ਰਾਣ ਤੇ 4 ਵੇਦ, ਇਹ ਸਾਰੇ ਉਚਾਰਦੇ ਹਨ ਕਿ ਸਿਮਰਤ 27 ਸਿਮਰਤੀਆਂ, 27 ਸਿਮਰਤੀਆਂ, 18 ਪ੍ਰਾਣ, 4 ਵੇਦ, ਇਹ ਸਾਰੇ ਉਚਾਰਦੇ ਹਨ ਕਿ ਪਰਮੇਸ਼ਰ ਦੇ ਸੇਵਕ, ਪਰਮੇਸ਼ਰ ਦੇ ਦਾਸ ਸਾਰਿਆਂ ਤੋਂ ਉੱਚੇ ਵਿਰਾਜਤ, ਕਿ ਵਿਰਾਜਦੇ ਸੁਣੀਦੇ ਹਨ। ਵੇਦ ਪ੍ਰਾਨ ਸਿਮਰਤ ਭਨੇ, ਸਭ ਊਚ ਵਿਰਾਜਤ ਜਨ ਸੁਣੇ, ਕਿ ਚਾਰੇ ਵੇਦ, 18 ਧਰਮ ਗ੍ਰੰਥ ਤੇ 27 ਸਿਮਰਤੀਆਂ, ਇਹ ਸਾਰੇ ਉਚਾਰਦੇ ਹਨ ਕਿ ਪਰਮੇਸ਼ਰ ਦੇ ਜਨ, ਪਰਮੇਸ਼ਰ ਦੇ ਸੇਵਕ, ਪਰਮੇਸ਼ਰ ਦੇ ਦਾਸ ਸਾਰਿਆਂ ਤੋਂ ਉੱਚੇ ਵਿਰਾਜਤ, ਵਿਰਾਜਦੇ ਸੁਣੀਦੇ ਹਨ। ਸਗਲ ਅਸਥਾਨ ਭੈ ਭੀਤ ਚੀਨ, ਰਾਮ ਸੇਵਕ ਭੈ ਰਹਿਤ ਕੀਨ, ਕਿ ਹੋਰ ਸਵਰਗ ਲੋਕ, ਕੁਬੇਰ ਲੋਕ, ਬ੍ਰਹਮ ਲੋਕ ਆਦਿਕ ਸਾਰੇ ਅਸਥਾਨ, ਸਾਰੇ ਥਾਂ ਡਰ ਦੇ ਨਾਲ, ਭੀਤ ਡਰ ਦੇ ਨਾਲ ਕੰਬਦੇ ਜਾਣੀਦੇ ਹਨ। ਸਗਲ ਅਸਥਾਨ ਭੈ ਭੀਤ ਚੀਨ, ਕਿ ਹੋਰ ਸਵਰਗ ਲੋਕ, ਕੁਬੇਰ ਲੋਕ, ਬ੍ਰਹਮ ਲੋਕ ਆਦਿਕ ਸਾਰੇ ਥਾਂ ਡਰ ਦੇ ਨਾਲ ਕੰਬਦੇ ਜਾਣੀਦੇ ਹਨ। ਰਾਮ ਸੇਵਕ ਭੈ ਰਹਿਤ ਕੀਨ, ਕਿ ਜਿਹੜੇ ਰਾਮ ਰਮੇ ਹੋਏ ਪਰਮੇਸ਼ਰ ਦੇ ਸੇਵਕ, ਪਰਮੇਸ਼ਰ ਦੇ ਦਾਸ ਹਨ, ਭਗਤ ਹਨ, ਉਹਨਾਂ ਮਹਾਰਾਜ ਨੇ ਡਰ ਤੋਂ ਰਹਿਤ, ਡਰ ਤੋਂ ਬਿਨਾਂ ਕੀਤਾ ਹੋਇਆ ਹੈ। ਕਿ ਪਰਮੇਸ਼ਰ ਦੇ ਸੇਵਕ ਹਨ, ਦਾਸ ਹਨ ਜਿਹੜੇ, ਉਹਨਾਂ ਨੂੰ ਮਹਾਰਾਜ ਜੀ ਨੇ ਡਰ ਤੋਂ ਰਹਿਤ ਕੀਤਾ ਹੋਇਆ ਹੈ, ਡਰ ਤੋਂ ਬਿਨਾਂ ਕੀਤਾ ਹੋਇਆ ਹੈ। ਹੋਰ ਸਵਰਗ ਲੋਕ, ਕੁਬੇਰ ਲੋਕ, ਬ੍ਰਹਮ ਲੋਕ ਆਦਿਕ ਸਾਰੇ ਥਾਂ ਡਰ ਦੇ ਨਾਲ ਹੀ ਕੰਬਦੇ ਜਾਣੀਦੇ ਹਨ। 184 ਜੋਨ ਫਿਰਹਿ, ਗੋਬਿੰਦ ਲੋਕ ਨਹੀਂ ਜਨਮ ਮਰਹਿ। ਮਹਾਰਾਜ ਜੀ ਕਹਿਣ ਲੱਗੇ, ਹੋਰ ਜੀਵ ਤਾਂ
84 ਲੱਖ ਜੋਨ ਜੂਨਾਂ ਵਿੱਚ ਫਿਰਦੇ ਰਹਿੰਦੇ ਹਨ। 1,84 ਜੋਨ ਫਿਰੇ ਕਿ ਹੋਰ ਜੀਵਤਾਂ 84 ਲੱਖ ਜੂਨਾਂ ਵਿੱਚ ਫਿਰਦੇ ਰਹਿੰਦੇ ਹਨ। ਗੋਬਿੰਦ ਲੋਕ, ਜਿਹੜੇ ਗੋਬਿੰਦ ਪਰਮੇਸ਼ਰ ਦੇ ਲੋਕ ਸੰਤ ਭਗਤ ਹਨ, ਨਹੀਂ ਜਨਮ ਮਰਹੇ, ਉਹ ਨਹੀਂ ਨਾ ਹੀ ਜਨਮ ਜਨਮਦੇ ਹਨ ਤੇ ਨਾ ਹੀ ਮਰਦੇ ਹਨ, ਭਾਵ ਉਹ ਜੰਮਣ ਮਰਨ ਤੋਂ ਰਹਿਤ ਹਨ। 1,84 ਜੋਨ ਫਿਰਹੇ, ਗੋਬਿੰਦ ਲੋਕ ਨਹੀਂ ਜਨਮ ਮਰਹੇ। ਹੋਰ ਜੀਵ ਤਾਂ ਮਹਾਰਾਜ ਜੀ ਕਹਿਣ ਲੱਗੇ 84 ਲੱਖ ਜੂਨਾਂ ਵਿੱਚ ਫਿਰਦੇ ਰਹਿੰਦੇ ਹਨ। ਗੋਬਿੰਦ ਲੋਕ, ਜਿਹੜੇ ਗੋਬਿੰਦ ਪਰਮੇਸ਼ਰ ਦੇ ਲੋਕ ਸੰਤ ਭਗਤ ਹਨ, ਸੇਵਕ ਜਨ ਹਨ, ਨਾਮ ਜਪਣ ਵਾਲੇ ਹਨ, ਉਹ ਨਾ ਹੀ ਜੰਮਦੇ ਹਨ ਤੇ ਨਾ ਹੀ ਮਰਦੇ ਹਨ, ਭਾਵ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਜੈਸਾ ਕਿ ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਕਿ ਜਿਹੜੇ ਇੱਕ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਂਦੇ ਹਨ, ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋ ਜਾਂਦੇ ਹਨ, ਫਿਰ ਜੋਨ ਨਾ ਆਇਆ, ਉਹਨਾਂ ਨੂੰ ਫਿਰ ਜੂਨਾਂ ਦੇ ਵਿੱਚ ਨਹੀਂ ਆਉਣਾ ਪੈਂਦਾ। ਨਾਨਕ ਹਰਿ ਕੈ ਦਰਸ ਸਮਾਇਆ, ਮਹਾਰਾਜ ਜੀ ਕਹਿਣ ਲੱਗੇ ਉਹ ਜਿਹੜੇ ਨਾਮ ਜਪਦੇ ਹਨ, ਹਰਿ ਕੈ ਦਰਸ ਸਮਾਇਆ, ਹਰੀ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਨਾਲ ਕਿ ਸਮਾ ਜਾਂਦੇ ਹਨ, ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਨ। ਬਾਲ ਬੁੱਧ ਸਿਆਣਪ ਹਉਮੈ ਰਹੀ, ਕਿ ਸਰੀਰਕ ਬਲ ਸਰੀਰਕ ਜੋਰ, ਵਿਸ਼ਿਆਂ ਦਾ ਬਲ, ਬੁੱਧੀ ਦੀ ਸਿਆਣਪ, ਬੁੱਧੀ ਦੀ ਚਤਰਾਈ ਅਤੇ ਦੇਹ ਦੀ ਹੰਗਤਾ ਆਦਿਕ ਸਾਬ ਰਹਿ ਗਈ। ਬਲ ਬੁੱਧ ਸਿਆਣਪ ਹਉਮੈ ਰਹੀ, ਕਿ ਸਰੀਰਕ ਜੋਰ, ਵਿਸ਼ਿਆਂ ਦਾ ਬਲ, ਬੁੱਧੀ ਦੀ ਸਿਆਣਪ ਚਤਰਾਈ ਅਤੇ ਦੇਹ ਦੀ ਹੰਗਤਾ, ਦੇਹ ਦਾ ਹੰਕਾਰ ਆਦਿਕ ਸਭ ਰਹਿ ਗਿਆ। ਹਰ ਸਾਧ ਸਰਨ ਨਾਨਕ ਗਹੀ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਦੇ ਸਾਧ, ਹਰੀ ਦੇ ਸੰਤਾਂ ਦੀ ਓਟ, ਹਰੀ ਦੇ ਸੰਤਾਂ ਦੀ ਪਨਾਹ ਤੱਕੀ ਹੈ। ਹਰੀ ਦੇ ਸਾਧੂਆਂ ਦੁਆਰਾ ਹੀ ਹਰੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਗੌੜੀ ਮਹੱਲਾ ਪੰਜਵਾ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰਿ ਸੇਵੀਐ, ਸਾਸ ਸਾਸ ਹਰਿ ਧਿਆਈਐ। ਰਹਾਉ ਸੰਤ ਸੰਗ ਹਰਿ ਮਨ ਬਸੈ, ਦੁਖ ਦਰਦ ਹਨੇਰਾ ਭ੍ਰਮ ਨਸੈ। ਸੰਤ ਪ੍ਰਸਾਦ ਹਰਿ ਜਾਪੀਐ, ਸੋ ਜਨ ਦੁਖ ਨਾ ਵਿਆਪੀਐ। ਜਾਂ ਕੋ ਗੁਰ ਹਰਿ ਮੰਤਰ ਦੇ, ਸੋ ਉਬਰਿਆ ਮਾਇਆ ਅਗਨ ਤੇ। ਨਾਨਕ ਕੋ ਪ੍ਰਭ ਮਇਆ ਕਰ, ਮੇਰੇ ਮਨ ਤਨ ਵਾਸੈ ਨਾਮ ਹਰਿ। ਨਾਨਕ ਕੋ ਪ੍ਰਭ ਮਇਆ ਕਰ, ਮੇਰੇ ਮਨ ਤਨ ਵਾਸੈ ਨਾਮ ਹਰਿ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਮਨ ਰਾਮ ਨਾਮ ਗੁਣ ਗਾਈਐ। ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਰੂਪੀ ਗੁਣ, ਨਾਮ ਰੂਪੀ ਸਿਫਤਾਂ ਨੂੰ ਸੰਗਤ ਵਿੱਚ ਮਿਲ ਕੇ ਗਾਉਣਾ ਕਰੀਏ। ਮਨ ਰਾਮ ਨਾਮ ਗੁਣ ਗਾਈਐ। ਹੇ ਮੇਰੇ ਪਿਆਰੇ ਮਨਾ, ਪਰਮੇਸ਼ਰ ਦੇ ਨਾਮ ਰੂਪੀ ਸਿਫਤਾਂ ਨੂੰ, ਨਾਮ ਰੂਪੀ ਗੁਣਾਂ ਨੂੰ ਸੰਗਤ ਵਿੱਚ ਮਿਲ ਕੇ ਗਾਉਣਾ ਕਰੀਏ। ਤੇ ਨੀਤ ਨੀਤ ਹਰ ਸੇਵੀਐ, ਨੀਤ ਨੀਤ ਹਰ ਰੋਜ਼ ਨਿੱਤਾ ਪ੍ਰਤੀ ਹੀ ਹਰ ਸਮੇਂ ਪਰਮੇਸ਼ਰ ਨੂੰ ਯਾਦ ਕਰੀਏ। ਸਾਸ ਸਾਸ ਹਰ ਧਿਆਈਐ, ਕਿ ਸਿਮਰਨ ਕਰੀਏ ਸਾਸ ਸਾਸ, ਕਿ ਸਵਾਸ ਆਉਂਦੇ ਜਾਂਦੇ ਉਸ ਪਰਮੇਸ਼ਰ ਨੂੰ, ਹਰੀ ਨੂੰ ਧਿਆਉਣਾ ਕਰੀਏ।
ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ। ਕਿ ਮਹਾਰਾਜ ਜੀ ਕਹਿਣ ਲੱਗੇ, ਹੇ ਮਨਾ, ਪਰਮੇਸ਼ਰ ਦੇ ਨਾਮ ਰੂਪੀ ਸਿਫਤਾਂ ਨੂੰ, ਗੁਣਾਂ ਨੂੰ ਸੰਗਤ ਵਿੱਚ ਮਿਲ ਕੇ ਗਾਉਣਾ ਕਰੀਏ। ਨੀਤ ਨੀਤ ਹਰ ਸੇਵੀਐ, ਨੀਤ ਨਿਤਾ ਪ੍ਰਤੀ ਹੀ ਪਰਮੇਸ਼ਰ ਨੂੰ ਸੇਵੀਐ, ਯਾਦ ਕਰੀਏ, ਸਿਮਰਨ ਕਰੀਏ। ਸਾਸ ਸਾਸ ਹਰ ਧਿਆਈਐ, ਸਾਸ ਸਾਸ ਆਉਂਦੇ ਜਾਂਦੇ ਸਵਾਸਾਂ ਦਾ ਸਵਾਸ ਰੂਪ ਹਰੀ ਨੂੰ ਧਿਆਉਣਾ ਕਰੀਏ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਸੰਤ ਸੰਗ ਹਰ ਮਨ ਵਸੈ, ਕਿ ਸੰਤ ਸੰਗ ਸਤ ਸੰਗਤ ਦੁਆਰਾ, ਸੰਤਾਂ ਭਗਤਾਂ ਦੇ ਸੰਗ ਦੁਆਰਾ ਹਰੀ ਪਰਮੇਸ਼ਰ ਹਿਰਦੇ ਦੇ ਵਿੱਚ ਵਸਦਾ ਹੈ, ਅੰਦਰ ਮਨ ਦੇ ਵਿੱਚ ਵਸਦਾ ਹੈ। ਦੁਖ ਦਰਦ ਹਨੇਰਾ ਭ੍ਰਮ ਨਸੈ, ਜਿਸ ਕਰਕੇ ਜੰਮਣ ਮਰਨ ਰੂਪੀ ਦੁੱਖ ਕਲੇਸ਼ ਅਵਿਦਿਆ ਦੀਆਂ ਪੀੜਾਂ, ਅਗਿਆਨ ਕਰਕੇ ਸਰੂਪ ਦਾ ਭਰਮ ਸੰਸਾ ਨਸ ਜਾਂਦਾ ਹੈ, ਨਿਵਰਤ ਹੋ ਜਾਂਦਾ ਹੈ। ਸੰਤ ਸੰਗ ਹਰ ਮਨ ਵਸੈ, ਕਿ ਸੰਤ ਸੰਗ ਸਤ ਸੰਗਤ ਦੁਆਰਾ, ਸੰਤਾਂ ਭਗਤਾਂ ਦੇ ਸੰਗ ਦੁਆਰਾ ਹਰੀ ਪਰਮੇਸ਼ਰ ਹਿਰਦੇ ਵਿੱਚ ਵਸਦਾ ਹੈ। ਜਿਸ ਕਰਕੇ ਦੁਖ ਦਰਦ ਹਨੇਰਾ ਭ੍ਰਮ ਨਸੈ, ਕਿ ਜਿਸ ਕਰਕੇ ਸਤ ਸੰਗਤ ਦੁਆਰਾ ਜੰਮਣ ਮਰਨ ਰੂਪੀ ਦੁੱਖ ਕਲੇਸ਼ ਅਵਿਦਿਆ ਦੀ ਪੀੜਾ, ਅਗਿਆਨ ਕਰਕੇ ਸਰੂਪ ਦਾ ਭਰਮ ਸੰਸਾ ਸਭ ਨਸ ਜਾਂਦਾ ਹੈ, ਨਿਵਰਤ ਹੋ ਜਾਂਦਾ ਹੈ। ਸੰਤ ਪ੍ਰਸਾਦ ਹਰ ਜਾਪੀਐ, ਜਿਹੜੇ ਸੰਤ ਸ਼ਾਂਤ ਆਤਮਾ ਵਾਲੇ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਹਰੀ ਪਰਮੇਸ਼ਰ ਨੂੰ ਜਾਪੀਐ, ਜਪਦੇ ਹਨ। ਸੰਤ ਪ੍ਰਸਾਦ ਹਰ ਜਾਪੀਐ, ਜਿਹੜੇ ਸੰਤ ਸ਼ਾਂਤ ਆਤਮਾ ਵਾਲੇ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਹਰੀ ਪਰਮੇਸ਼ਰ ਨੂੰ ਜਪਦੇ ਹਨ। ਸੋ ਜਨ ਦੁਖ ਨਾ ਵਿਆਪੀਐ, ਸੋ ਉਹਨਾਂ ਜਨ ਪੁਰਖਾਂ ਨੂੰ ਦੁੱਖ ਨਹੀਂ ਵਿਆਪਦਾ, ਦੁੱਖ ਨਹੀਂ ਲੱਗਦਾ। ਜਿਹੜੇ ਸ਼ਾਂਤ ਆਤਮਾ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਹਰੀ ਪਰਮੇਸ਼ਰ ਨੂੰ ਜਪਦੇ ਹਨ, ਉਹਨਾਂ ਪੁਰਖਾਂ ਨੂੰ ਦੁੱਖ ਨਹੀਂ ਵਿਆਪਦਾ, ਦੁੱਖ ਨਹੀਂ ਲੱਗਦਾ। ਜਾਂ ਕੋ ਗੁਰ ਹਰ ਮੰਤਰ ਦੇ, ਜਿਨ੍ਹਾਂ ਨੂੰ ਸਤਿਗੁਰੂ ਜੀ ਪਰਮੇਸ਼ਰ ਦੇ ਨਾਮ ਦਾ ਮੰਤਰ ਉਪਦੇਸ਼ ਬਖਸ਼ ਦਿੰਦੇ ਹਨ। ਜਾਂ ਕੋ ਗੁਰ ਹਰ ਮੰਤਰ ਦੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਸਤਿਗੁਰੂ ਜੀ ਪਰਮੇਸ਼ਰ ਦੇ ਨਾਮ ਦਾ ਮੰਤਰ ਬਖਸ਼ ਦਿੰਦੇ ਹਨ, ਉਪਦੇਸ਼ ਬਖਸ਼ ਦਿੰਦੇ ਹਨ। ਸੋ ਉਬਰਿਆ ਮਾਇਆ ਅਗਨ ਤੇ, ਸੋ ਉਹ ਮਾਇਆ ਰੂਪੀ ਅੱਗ ਤੋਂ ਉਬਰਿਆ ਬਚ ਗਏ ਹਨ। ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਮੰਤਰ ਦਿੱਤਾ ਹੈ, ਉਹ ਮਾਇਆ ਰੂਪੀ ਅੱਗ ਤੋਂ ਬਚ ਗਏ ਹਨ। ਨਾਨਕ ਕੋ ਪ੍ਰਭ ਮਇਆ ਕਰ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਉਸ ਪ੍ਰਭੂ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਪ੍ਰਭੂ, ਹੋਏ ਪਰਮੇਸ਼ਰ, ਮਇਆ ਕਰ ਮੇਰੇ ਤਾਈਂ, ਮਇਆ ਕਿਰਪਾ ਮਿਹਰਬਾਨੀ ਕਰੋ ਕਿ ਮੇਰਾ ਮਨ ਤਨ ਵਾਸੈ ਨਾਮ ਹਰ, ਮੇਰਾ ਮਨ ਤਨ ਵਾਸੈ ਨਾਮ ਹਰ। ਮੇਰਾ ਮੇਰੇ ਮਨ ਮੇਰੇ ਹਿਰਦੇ ਵਿੱਚ, ਸਰੀਰ ਵਿੱਚ ਪਰਮੇਸ਼ਰ ਆਪ ਦਾ ਨਾਮ ਬਸ ਜਾਏ। ਗੌੜੀ ਮਹੱਲਾ ਪੰਜਵਾ। ਰਸਨਾ ਜਪੀਐ ਏਕ ਨਾਮ, ਈਹਾ ਸੁਖ ਆਨੰਦ ਘਨਾ, ਆਗੈ ਜੀ ਕੈ ਸੰਗ ਕਾਮ। ਰਹਾਉ ਕਟਿਐ ਤੇਰਾ ਆਹਾਂ ਰੋਗ, ਗੁਰ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਹਰ ਰਸ ਜਿਨ ਜਿਨ ਚਾਖਿਆ, ਤਾਂ ਕੀ ਤ੍ਰਿਸ਼ਨਾ ਲਾਥੀਆ। ਹਰ ਬਿਸਰਾਮ ਨਿਤ ਪਾਇਆ,
ਸੋ ਬਹੁਰ ਨ ਕਤਹੀ ਧਾਇਆ। ਹਰ ਹਰ ਨਾਮ ਜਾਂ ਕੋ ਗੁਰ ਦੀਆ, ਨਾਨਕ ਤਾਂ ਕੋ ਭਉ ਗਿਆ। ਹਰ ਹਰ ਨਾਮ ਜਾਂ ਕੋ ਗੁਰ ਦੀਆ, ਨਾਨਕ ਤਾਂ ਕਾ ਭਉ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਪਿਆਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਥਨ ਕਰਦੇ ਹਨ, ਰਸਨਾ ਜਪਿਆ ਏਕ ਨਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਰਸਨਾ ਦੁਆਰਾ, ਜੀਭਾ ਦੁਆਰਾ ਕਿ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ। ਰਸਨਾ ਜਪੀਐ ਏਕ ਨਾਮ, ਕਿ ਹੇ ਭਾਈ, ਰਸਨਾ ਦੁਆਰਾ, ਜੀਭਾ ਦੁਆਰਾ ਅਦਵੈਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ। ਈਹਾ ਸੁਖ ਆਨੰਦ ਘਨਾ। ਨਾਮ ਜਪਣੇ ਕਰਕੇ ਈਹਾ, ਇਸ ਲੋਕ ਵਿੱਚ ਸੁਖ ਅਤੇ ਆਨੰਦ, ਖੁਸ਼ੀਆਂ ਪ੍ਰਾਪਤ ਹੋਣਗੀਆਂ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਹੇ ਭਾਈ, ਰਸਨਾ ਦੁਆਰਾ ਇੱਕ ਪਰਮੇਸ਼ਰ ਦੇ ਨਾਮ ਨੂੰ ਜਪੀਏ। ਨਾਮ ਜਪਣੇ ਕਰਕੇ ਈਹਾਂ, ਇਸ ਲੋਕ ਵਿੱਚ ਬਹੁਤ ਸੁੱਖ ਅਤੇ ਆਨੰਦ, ਖੁਸ਼ੀਆਂ ਪ੍ਰਾਪਤ ਹੋਣਗੀਆਂ। ਆਗੈ ਜੀ ਕੈ ਸੰਗ ਕਾਮ। ਅੱਗੇ ਪਰਲੋਕ ਵਿੱਚ ਵੀ ਜੀਵ ਦੇ ਨਾਲ ਕੰਮ ਆਉਂਦਾ ਹੈ। ਇਹ ਨਾਮ ਹੈ ਜਿਹੜਾ, ਜੋ ਪਰਮੇਸ਼ਰ ਦਾ ਇੱਕ ਪਰਮੇਸ਼ਰ ਹੈ, ਉਸ ਦਾ ਜਿਹਬਾ ਦੇ ਨਾਲ ਨਾਮ ਜਪਣਾ ਕਰੀਏ। ਨਾਮ ਜਪਣੇ ਕਰਕੇ ਇਸ ਲੋਕ ਦੇ ਵਿੱਚ ਨਾਮ ਦੁਆਰਾ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਨੰਦ, ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਨਾਮ ਜਪਣੇ ਕਰਕੇ ਆਗੈ ਜੀ ਕੈ ਸੰਗ ਕਾਮ। ਆਗੈ ਪਰਲੋਕ ਵਿੱਚ ਵੀ ਜੀਵ ਦੇ ਨਾਲ ਕੰਮ ਆਉਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਕੱਟਿਐ ਤੇਰਾ ਅਹੰ ਰੋਗ। ਕਿ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਤੇਰਾ ਅਹੰ, ਹੰਕਾਰ ਰੂਪੀ ਰੋਗ, ਹੰਕਾਰ ਰੂਪੀ ਦੁੱਖ ਕੱਟਿਆ ਜਾਏਗਾ। ਨਾਮ ਜਪਣ ਕਰਕੇ ਪਰਮੇਸ਼ਰ ਦਾ ਕਿ ਕੱਟਿਐ ਤੇਰਾ ਅਹੰ ਰੋਗ, ਕਿ ਤੇਰਾ, ਤੁਹਾਡਾ ਹੰਕਾਰ ਰੂਪੀ ਰੋਗ, ਹੰਕਾਰ ਰੂਪੀ ਦੁੱਖ ਕੱਟਿਆ ਜਾਏਗਾ। ਹੇ ਭਾਈ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਤੁਸੀਂ ਸਤਿਗੁਰਾਂ ਦੀ ਕਿਰਪਾ ਕਰਕੇ ਰਾਜ ਪ੍ਰਕਾਸ਼ ਸਰੂਪ ਵਿੱਚ ਜੁੜਨਾ ਕਰੋ। ਉਸ ਪਰਮੇਸ਼ਰ ਦੇ ਨਾਲ ਜੁੜਨਾ ਕਰੋ। ਗੁਰਾਂ ਦੀ ਕਿਰਪਾ ਕਰਕੇ ਗਿਆਨ ਯੋਗ ਨੂੰ ਪਾਉਣਾ ਕਰੋ। ਹਰ ਰਸ ਜਿਨ ਜਨ ਚਾਖਿਆ, ਤਾਂ ਕੀ ਤ੍ਰਿਸ਼ਨਾ ਲਾਥੀਆ। ਜਿਨ੍ਹਾਂ ਜਨ ਪੁਰਖਾਂ ਨੇ ਪਰਮੇਸ਼ਰ ਦੇ ਰਸ, ਪਰਮੇਸ਼ਰ ਦੇ ਪ੍ਰੇਮ, ਪਰਮੇਸ਼ਰ ਦੇ ਆਨੰਦ ਨੂੰ ਚਖਣਾ ਕੀਤਾ ਹੈ। ਹਰ ਰਸ ਜਿਨ ਜਨ ਚਾਖਿਆ, ਕਿ ਜਿਨ੍ਹਾਂ ਪੁਰਸ਼ਾਂ ਨੇ, ਜਿਨ੍ਹਾਂ ਜਨਾਂ ਨੇ, ਸੇਵਕਾਂ ਨੇ ਪਰਮੇਸ਼ਰ ਦੇ ਰਸ ਨੂੰ ਚਖਣਾ ਕੀਤਾ ਹੈ, ਆਨੰਦ ਨੂੰ ਚਖਣਾ ਕੀਤਾ ਹੈ। ਤਾਂ ਕਿ ਤ੍ਰਿਸ਼ਨਾ ਲਾਥੀਆ, ਤਾਂ ਉਹਨਾਂ ਦੀ ਹੋਰ ਰਸਾਂ ਕਸਾਂ ਦੀ ਸਾਰੀ ਤ੍ਰਿਸ਼ਨਾ, ਸਾਰੀ ਇੱਛਾ, ਸਾਰੀ ਆਸਾ ਲੱਥ ਗਈ ਹੈ, ਨਿਵਰਤ ਹੋ ਗਈ ਹੈ। ਹਰ ਬਿਸਰਾਮ ਨਿਧ ਪਾਇਆ, ਸੋ ਬਹੁਰ ਨ ਕਤਹੀ ਧਾਇਆ। ਜਿਸ ਨੇ ਸਾਰੀਆਂ ਸਥਿਤੀਆਂ ਦਾ ਨਿਧ ਖਜ਼ਾਨਾ ਰੂਪੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਹਰ ਬਿਸਰਾਮ ਨਿਧ ਪਾਇਆ, ਜਿਨ੍ਹਾਂ ਨੇ ਸਾਰੀਆਂ ਬਿਸਰਾਮ ਸਥਿਤੀਆਂ ਦਾ ਖਜ਼ਾਨਾ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਸੋ ਬਹੁਰ ਨ ਕਤਹੀ ਧਾਇਆ। ਜਿਨ੍ਹਾਂ ਨੇ ਸਾਰੇ ਖਜ਼ਾਨਿਆਂ ਤੋਂ ਵੱਡਾ ਖਜ਼ਾਨਾ ਪਰਮੇਸ਼ਰ ਹੈ ਜਿਹੜਾ, ਉਸ ਨੂੰ ਪ੍ਰਾਪਤ ਕਰ ਲਿਆ ਹੈ, ਉਹ ਬਹੁਰ ਮੁੜ ਕੇ ਕਾਤ ਕਿਤੇ ਵੀ ਨਿਸ਼ਚੇ ਕਰਕੇ ਲੋਕ ਪਰਲੋਕ
ਜੂਨਾਂ ਵਿੱਚ ਨਹੀਂ ਧਾਇਆ ਦੌੜਦਾ, ਉਹਨੂੰ ਜੂਨਾਂ ਦੇ ਵਿੱਚ ਨਹੀਂ ਦੌੜਨਾ ਪੈਂਦਾ। ਭਾਵ ਹੋਰ ਜੂਨਾਂ ਦੇ ਵਿੱਚ ਨਹੀਂ ਦੌੜਨਾ ਪੈਂਦਾ। ਹਰ ਹਰ ਨਾਮ ਜਾਂ ਕੋ ਗੁਰ ਦੀਆ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਦੇਣਾ ਕੀਤਾ ਹੈ। ਹਰ ਹਰ ਨਾਮ ਜਾਂ ਕੋ ਗੁਰ ਦੀਆ, ਕਿ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਦੇਣਾ ਕੀਤਾ ਹੈ। ਨਾਨਕ ਤਾਂ ਕਉ ਭਉ ਗਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦਾ ਜੰਮਣ ਮਰਨ ਆਦਿ ਦਾ ਸਾਰਾ ਭਉ ਸਾਰਾ ਡਰ ਚਲਿਆ ਗਿਆ ਹੈ। ਗੌੜੀ ਮਹੱਲਾ ਪੰਜਵਾ। ਜਾਂ ਕੋ ਬਿਸਰੈ RAM ਨਾਮ, ਤਾਹੂ ਕੋ ਪੀਰ। ਸਾਧ ਸੰਗਤ ਮਿਲ ਹਰ ਰਵਹਿ, ਸੇ ਗੁਣੀ ਗਹੀਰ ਰਹਾਉ। ਜਾਂ ਕੋ ਗੁਰਮੁਖ ਹਿਰਦੈ ਬੁੱਧ, ਤਾਂ ਕੈ ਕਰ ਤਾਲ ਨਾਵ ਨਿਧ ਸਿੱਧ। ਜੋ ਜਨ ਹੈ ਹਰ ਪ੍ਰਭ ਧਨੀ, ਕਿਸ ਨਾਹੀ ਤਾਂ ਕੈ ਕਮੀ। ਕਰਣੈ ਹਾਰ ਪਛਾਨਿਆ, ਸਰਬ ਸੂਖ ਰੰਗ ਮਾਣਿਆ। ਹਾਰ ਧਨ ਜਾਂ ਕੈ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਹਾਰ ਧਨ ਜਾਂ ਕੈ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ 212 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਹਿਣ ਲੱਗੇ, ਜਾਂ ਕੋ ਬਿਸਰੈ RAM ਨਾਮ। ਹੇ ਭਾਈ, ਜਾਂ ਕੋ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਤਾਹੂ ਕੋ ਪੀਰ, ਤਾਹੂ ਉਹਨਾਂ ਨੂੰ ਹੀ ਕਾਲ ਆਦਿਕ ਦੀ ਪੀੜ ਬਣੀ ਰਹਿੰਦੀ ਹੈ, ਦਰਦ ਬਣਿਆ ਰਹਿੰਦਾ ਹੈ। ਜਾਂ ਕੋ ਵਿਸਰੈ RAM ਨਾਮ, ਤਾਹੂ ਕੋ ਪੀਰ। ਹੇ ਭਾਈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ, ਉਹਨਾਂ ਨੂੰ ਹੀ ਕਾਲ ਆਦਿਕ ਦੀ ਪੀੜਾ ਬਣੀ ਰਹਿੰਦੀ ਹੈ, ਜੰਮਣ ਮਰਨ ਰੂਪੀ ਪੀੜਾ ਬਣੀ ਰਹਿੰਦੀ ਹੈ। ਗੁਰੂ ਬਣਨ ਦੀ ਇੱਛਾ ਲੱਗੀ ਰਹਿੰਦੀ ਹੈ। ਹਾਥੀ ਘੋੜੇ ਆਦਿਕ ਪਸ਼ੂ ਆਦਿਕ ਜੂਨਾਂ ਵਿੱਚ ਭਰਮਦੇ ਰਹਿੰਦੇ ਹਨ। ਇਹ ਪੀੜਾ ਬਣੀ ਰਹਿੰਦੀ ਹੈ। ਫਿਰ ਜਦੋਂ ਮਨੁੱਖਾ ਜਨਮ ਮਿਲਦਾ, ਉਦੋਂ ਜਦੋਂ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ, ਪਰਮੇਸ਼ਰ ਨੂੰ ਹਿਰਦੇ 'ਚ ਯਾਦ ਨਹੀਂ ਕਰਦਾ, ਫਿਰ ਜੰਮਣ ਮਰਨ ਦਾ ਦੁੱਖ ਬਣਿਆ ਰਹਿੰਦਾ ਹੈ। ਤੇ ਜੇ ਗੁਰੂ ਬਣਨ ਦੀ ਇੱਛਾ ਲੱਗੀ ਹੋਵੇ ਤਾਂ ਫਿਰ ਹਾਥੀ ਘੋੜੇ ਆਦਿਕ ਪਸ਼ੂ ਆਦਿਕ ਜੂਨਾਂ ਵਿੱਚ ਭਰਮਦੇ ਰਹਿੰਦੇ ਹਨ। ਫਿਰ ਉਹਨਾਂ ਜੂਨਾਂ ਦੇ ਵਿੱਚ ਦੁੱਖ ਭੋਗਣੇ ਪੈਂਦੇ ਹਨ, ਪੀੜਾ ਬਣੀ ਰਹਿੰਦੀ ਹੈ। ਸਾਧ ਸੰਗਤ ਮਿਲ ਹਰ ਰਵਹਿ। ਜਿਹੜੇ ਸਾਧ ਸੰਗਤ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹਨ। ਸੇ ਗੁਣੀ ਗਹੀਰ। ਸੇ ਉਹ ਗੁਣੀ ਸ਼ੁਭ ਗੁਣਾਂ ਦੇ ਗਹੀਰ ਖਜ਼ਾਨੇ ਸਮੁੰਦਰ ਰੂਪ ਬਣ ਜਾਂਦੇ ਹਨ। ਜਿਹੜੇ ਸਾਧ ਸੰਗਤ ਵਿੱਚ ਮਿਲ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹਨ, ਸਤ ਸੰਗਤ ਕਰਦੇ ਹਨ, ਸਤ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਹਨ। ਸੇ ਗੁਣੀ ਗਹੀਰ। ਉਹ ਸ਼ੁਭ ਗੁਣਾਂ ਦੇ ਖਜ਼ਾਨੇ ਸਮੁੰਦਰ ਰੂਪ ਬਣ ਜਾਂਦੇ ਹਨ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਅੱਗੇ ਸਮਝਾ ਰਹੇ ਹਨ। ਜਾਂ ਕੋ ਗੁਰਮੁਖ ਹਿਰਦੈ ਬੁੱਧ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਹਿਰਦੇ ਵਿੱਚ ਨਾਮ ਸਿਮਰਨ ਦੀ ਬੁੱਧੀ ਪ੍ਰਾਪਤ ਹੋਈ ਹੈ। ਜਾਂ ਕੋ ਗੁਰਮੁਖ ਹਿਰਦੈ ਬੁੱਧ, ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਹਿਰਦੇ ਵਿੱਚ ਨਾਮ ਸਿਮਰਨ ਦੀ
ਬੁੱਧੀ ਪ੍ਰਾਪਤ ਹੋਈ ਹੈ। ਜਿਨ੍ਹਾਂ ਨੂੰ ਮੁਖੀ ਗੁਰਾਂ ਦੁਆਰਾ ਹਿਰਦੇ ਵਿੱਚ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਹੋਈ ਹੈ, ਤਾਂ ਕਹਿ ਕਰ ਤਲ ਨਾਵ ਨਿਧ ਸਿੱਧ, ਤਾਂ ਉਹਨਾਂ ਦੇ ਕਰ ਹੱਥ ਦੀ ਤਾਲ ਤਲੀ ਉੱਪਰ ਮਹਾਰਾਜ ਜੀ ਨੇ ਨਵ 9 ਨਿਧੀਆਂ ਦੇ 18 ਸਿੱਧੀਆਂ ਰੱਖੀਆਂ ਹੋਈਆਂ ਹਨ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਕਿ ਹਿਰਦੇ ਵਿੱਚ ਨਾਮ ਸਿਮਰਨ ਦੀ ਬੁੱਧੀ ਪ੍ਰਾਪਤ ਹੋਈ ਹੈ, ਬੁੱਧੀ ਦੁਆਰਾ ਨਾਮ ਜਪਦੇ ਹਨ, ਤਾਂ ਕਹਿ ਕਾਰ ਤਾਲ ਨਾਵ ਨਿਧ ਸਿੱਧ, ਤਾਂ ਉਹਨਾਂ ਦੇ ਕਰ ਹੱਥ ਦੀ ਤਾਲ ਤਲੀ ਉੱਪਰ ਮਹਾਰਾਜ ਜੀ ਨੇ ਨਵ 9 ਨਿਧੀਆਂ ਅਤੇ 18 ਸਿੱਧੀਆਂ ਰੱਖੀਆਂ ਹੋਈਆਂ ਹਨ। ਜੋ ਜਾਣਹਿ ਹਰ ਪ੍ਰਭ ਧਨੀ, ਜਿਹੜੇ ਹਰੀ ਪ੍ਰਭੂ ਪਰਮੇਸ਼ਰ ਨੂੰ ਹੀ ਆਪਣਾ ਧਨੀ ਆਪਣਾ ਮਾਲਕ ਜਾਣਦੇ ਹਨ। ਜੋ ਜਾਣਹਿ ਹਰ ਪ੍ਰਭ ਧਨੀ, ਜਿਹੜੇ ਹਰੀ ਪਰਮੇਸ਼ਰ ਨੂੰ ਆਪਣਾ ਧਨੀ ਆਪਣਾ ਮਾਲਕ ਜਾਣਦੇ ਹਨ। ਕਿਸ ਨਾਹੀ ਤਾਂ ਕਹਿ ਕਮੀ, ਉਹਨਾਂ ਦੇ ਕੋਲ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ। ਜਿਹੜੇ ਪਰਮੇਸ਼ਰ ਨੂੰ ਆਪਣਾ ਧਨੀ ਆਪਣਾ ਮਾਲਕ ਜਾਣਦੇ ਹਨ, ਉਹਨਾਂ ਦੇ ਕੋਲ ਕਿਸੇ ਪ੍ਰਕਾਰ ਦੀ ਕੋਈ ਕਮੀ ਕੋਈ ਘਾਟ ਨਹੀਂ ਰਹਿੰਦੀ। ਕਰਨੈ ਹਾਰ ਪਛਾਨਿਆ ਸਰਬ ਸੂਖ ਰੰਗ ਮਾਣਿਆ, ਜਿਨ੍ਹਾਂ ਨੇ ਕਰਨਹਾਰ ਕਰਨਹਾਰ ਪਰਮੇਸ਼ਰ ਨੂੰ ਆਪਣਾ ਆਸਰਾ ਰੂਪ ਪਛਾਣ ਲਿਆ ਹੈ। ਕਰਨਹਾਰ ਪਛਾਣਿਆ, ਜਿਨ੍ਹਾਂ ਨੇ ਕਰਨਹਾਰ ਕਰਨਹਾਰ ਪਰਮੇਸ਼ਰ ਨੂੰ ਆਪਣਾ ਆਸਰਾ ਰੂਪ ਪਛਾਣ ਲਿਆ ਹੈ। ਸਰਬ ਸੁਖ ਰੰਗ ਮਾਣਿਆ, ਉਹਨਾਂ ਨੇ ਸਰਬ ਸਾਰੇ ਸੁੱਖਾਂ ਦੇ ਆਨੰਦ ਨੂੰ ਮਾਨਣਾ ਕੀਤਾ ਹੈ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਹਾਰ ਧਨ ਜਾਂ ਕੈ ਗ੍ਰਹਿ ਵਸੈ, ਜਿਨ੍ਹਾਂ ਦੇ ਹਿਰਦੇ ਰੂਪੀ ਗ੍ਰਹਿ ਹਿਰਦੇ ਰੂਪੀ ਘਰ ਵਿੱਚ ਹਰੀ ਦਾ ਨਾਮ ਰੂਪੀ ਧਨ ਵਸਦਾ ਹੈ। ਹਾਰ ਧਨ ਜਾਂ ਕੈ ਗ੍ਰਹਿ ਵਸੈ, ਕਿ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਹਰੀ ਦਾ ਨਾਮ ਰੂਪੀ ਧਨ ਵਸਦਾ ਹੈ। ਧਨਤਾ ਦੇ ਜੋਗ ਪਰਮੇਸ਼ਰ ਵਸਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ। ਕਹੋ ਨਾਨਕ ਤਿਨ ਸੰਗ ਦੁੱਖ ਨਸੈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਪਿਆਰਿਆਂ ਦੀ ਸੰਗਤ ਕਰਕੇ ਜੰਮਣ ਮਰਨ ਰੂਪੀ ਦੁੱਖ ਜੰਮਣ ਮਰਨ ਰੂਪੀ ਕਸ਼ਟ ਨਸ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਹਾਰ ਧਨ ਜਾਂ ਕੈ ਗ੍ਰਹਿ ਬਸੈ, ਕਹੋ ਨਾਨਕ ਤਿੰਨ ਸੰਗ ਦੁੱਖ ਨਸੈ, ਕਿ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਹਰੀ ਦਾ ਨਾਮ ਰੂਪੀ ਧਨ ਵਸਦਾ ਹੈ। ਕਿ ਧਨਤਾ ਦੇ ਜੋਗ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਕਹੋ ਨਾਨਕ ਤੈਨ ਸੰਗ ਦੁੱਖ ਨਸੈ, ਕਿ ਤਿੰਨ ਉਹਨਾਂ ਪਿਆਰਿਆਂ ਦੀ ਸੰਗਤ ਕਰਕੇ ਜੰਮਣ ਮਰਨ ਰੂਪੀ ਦੁੱਖ ਕਸ਼ਟ ਨਸ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਗੌੜੀ ਮਹੱਲਾ ਪੰਜਵਾ। ਗਰਭ ਵੱਡੋ ਮੂਲ ਇਤਨੋ, ਰਹਿਨ ਨਹੀਂ ਗਹੋ ਕਿਤਨੋ ਰਹਾਉ। ਬੇਬ ਵਰਜਿਤ ਵੇਦ ਸੰਤਨਾ, ਵਾਹੂ ਸਿਉ ਰੇ ਹਿਤਨੋ। ਹਾਰ ਜੁਆਰ ਜੁਆ ਵਿਦੇ, ਇੰਦਰੀ ਵਸਲੈ ਜਿਤਨੋ। ਹਰਨ ਭਰਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ। ਨਾਨਕ ਉਦਰੇ ਸਾਧ ਸੰਗ, ਕਿਰਪਾ ਨਿਧ ਮੈਂ ਦਿੱਤਨੋ। ਨਾਨਕ ਉਦਰੇ ਸਾਧ ਸੰਗ, ਕਿਰਪਾ ਨਿਧ ਮੈਂ ਦਿੱਤਨੋ। ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਗੁਰਬਾਣੀ ਦੀ ਵਿਚਾਰ ਕਰੇ ਤੋਂ ਬਿਨਾਂ ਸਮਝ ਘੱਟ ਪੈਂਦੀ ਹੈ। ਕਿ ਜਦੋਂ ਵਿਚਾਰ ਹੋ ਜਾਂਦੀ ਹੈ ਤਾਂ ਨਿਰਣਾ ਹੋ ਜਾਂਦਾ ਹੈ ਕਿ ਮਹਾਰਾਜ ਜੀ ਨੇ ਸਾਨੂੰ ਕਿਹਾ ਕੀ ਹੈ। ਪਰ ਸਮਝ ਤੋਂ ਬਿਨਾਂ ਹਿਰਦੇ ਦੇ ਵਿੱਚ ਬਾਣੀ ਵਸਦੀ ਨਹੀਂ। ਮਹਾਰਾਜ ਜੀ ਕਹਿਣ ਲੱਗੇ ਗਰਭ ਵੱਡੋ,
हे जीव तू इस देही ਦਾ ਗਰਭ ਹੰਕਾਰ ਤਾਂ ਵੱਡੋ ਬਹੁਤ ਕਰਦਾ ਹੈ। ਮਹਾਰਾਜ ਜੀ ਕੀ ਸਮਝਾ ਰਹੇ ਹਨ? ਗਰਭ ਵੱਡੋ, हे ਜੀਵ ਤੂੰ ਇਸ ਦੇਹੀ ਦਾ ਗਰਭ ਹੰਕਾਰ ਤਾਂ ਵੱਡੋ ਬਹੁਤ ਕਰਦਾ ਹੈ, ਪਰ ਮੂਲ ਇਤਨੋ, ਪਰ ਅੰਤ ਨੂੰ ਇਸਨੇ 3.5 ਹੱਥ ਥਾਂ ਵਿੱਚ ਹੀ ਭਸਮ ਹੋ ਜਾਣਾ ਹੈ। ਇਸ ਤਰ੍ਹਾਂ ਇਸ ਦਾ ਮੂਲ ਬਸ ਇਤਨਾ ਕੀ ਹੀ ਹੈ ਕਿ ਇਤਨਾ ਕੁ ਹੀ ਇਸ ਨੇ ਥਾਂ ਲੈਣਾ ਹੈ। ਤੂੰ ਬੜਾ ਹੰਕਾਰ ਕਰਦਾ ਹੈ, ਪਰ ਅੰਤ ਨੂੰ ਇਸ ਨੇ 3.5 ਹੱਥ ਥਾਂ ਵਿੱਚ ਹੀ ਭਸਮ ਹੋ ਜਾਣਾ ਹੈ। ਮੂਲ ਇਤਨੋ, ਇਸ ਤਰ੍ਹਾਂ ਇਸ ਦਾ ਮੂਲ, ਇਸ ਦਾ ਮੁੱਲ ਇਤਨਾ ਕੁ ਹੀ ਹੈ। ਬਸ ਇਸ ਨੂੰ 3.5 ਹੱਥ ਧਰਤੀ ਦੀ ਲੋੜ ਹੈ ਤੇ ਇੱਛਾ ਬੜੀ ਕਰਦਾ ਹੈ, ਬੜੀਆਂ ਮਾਰਾਂ ਮਾਰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਰਹਿਣ ਨਹੀਂ ਗੋਹੋ ਕਿਤਨੋ, ਇਸ ਦੇਹੀ ਨੇ ਇਸ ਸੰਸਾਰ ਵਿੱਚ ਜਿਉਂਦਿਆਂ ਰਹਿਣਾ ਨਹੀਂ ਹੈ, ਪਰੰਤੂ ਗੋਹੋ ਕਿਤਨੋ, ਗੋਹੋ ਪਾਕੜ, ਕਿਤਨੋ ਕਿੰਨੀ ਕਰਦਾ ਹੈ ਕਿ ਮੇਰੇ ਕੋਲ ਹੀ ਰਹੇ ਸਭ ਕੁਝ। ਗਰਭ ਵੱਡੋ ਮੂਲ ਇਤਨੋ, ਰਹਿਣ ਨਹੀਂ ਗੋਹ ਕਿਤਨੋ, ਕਿ ਹੇ ਜੀਵ ਤੂੰ ਇਸ ਦੇਹੀ ਦਾ ਗਰਭ ਹੰਕਾਰ ਤਾਂ ਵੱਡੋ ਬਹੁਤ ਕਰਦਾ ਹੈ, ਪਰ ਅੰਤ ਨੂੰ ਇਸ ਨੇ 3.5 ਹੱਥ ਥਾਂ ਵਿੱਚ ਹੀ ਭਸਮ ਹੋ ਜਾਣਾ ਹੈ। ਇਸ ਤਰ੍ਹਾਂ ਇਸ ਦਾ ਮੁੱਲ ਇਤਨਾ ਕੁ ਹੀ ਹੈ। ਇਸ ਦੇਹੀ ਨੇ ਇਸ ਸੰਸਾਰ ਵਿੱਚ ਜਿਉਂਦਿਆਂ ਰਹਿਣਾ ਨਹੀਂ ਹੈ, ਪਰੰਤੂ ਗੋਹ ਹੁੰਦਾ ਪਾਕੜ, ਇੰਨੀ ਕਰਦਾ ਹੈ ਕਿ ਮੇਰੇ ਕੋਲ ਹੀ ਰਹੇ। ਰਹਾਓ, ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਬੇਵਰਜਿਤ ਵੇਦ ਸੰਤਨਾ ਵਾਹੂ ਸਿਉ ਰੇ ਹਿਤਨੋ, ਕਹਿਣ ਲੱਗੇ, ਹੇ ਭਾਈ ਜਿਨ੍ਹਾਂ ਮਾੜੇ ਕਰਮਾਂ ਤੋਂ ਬੇਵਰਜਿਤ ਕੇ ਵੇਦ ਸੰਤਨਾ, ਕਿ ਜਿਨ੍ਹਾਂ ਮਾੜੇ ਕਰਮਾਂ ਤੋਂ ਵੇਦ, ਚਾਰੇ ਵੇਦ ਅਤੇ ਸੰਤਨਾ, ਸੰਤ ਜਨ ਵੀ ਬੇਵਰਜਿਤ ਕਰ ਰਹੇ ਹਨ, ਕਿ ਰੋਕਦੇ ਹਨ, ਪਰ ਇਹ ਜੀਵ ਉਆਹੂ ਸਿਉ ਰੇ ਹਿਤਨੋ, ਕਿ ਇਹ ਜੀਵ ਉਆਹੂ ਉਹਨਾਂ ਨਾਲ ਹੀ ਜਾ ਕਰਕੇ ਹਿਤਨੋ ਪ੍ਰੇਮ ਕਰਦਾ ਹੈ। ਬੇਵਰਜਿਤ ਵੇਦ ਸੰਤਨਾ ਉਆਹੂ ਸਿਉ ਰੇ ਹਿਤਨੋ, ਹੇ ਭਾਈ ਜਿਨ੍ਹਾਂ ਮਾੜੇ ਕਰਮਾਂ ਤੋਂ ਚਾਰੇ ਵੇਦ ਅਤੇ ਸੰਤਨਾ, ਸੰਤ ਜਨ ਵੀ ਬੇਵਰਜਿਤ ਵਿਸ਼ੇਸ਼ ਕਰਕੇ ਰੋਕਦੇ ਹਨ, ਪਰ ਇਹ ਜੀਵ ਉਹਨਾਂ ਨਾਲ ਹੀ ਜਾ ਕਰਕੇ ਹਿਤਨੋ ਕਰਦਾ ਹੈ, ਪ੍ਰੇਮ ਕਰਦਾ ਹੈ। ਹਾਰ ਜੁਆਰ ਜੁਆ ਵਿਧੇ, ਜਿਸ ਪ੍ਰਕਾਰ ਜੁਆਰ ਜੂਆ ਖੇਡਣ ਵਾਲਾ ਜੂਏਬਾਜ਼ ਜੂਆ ਖੇਡਦਾ ਹਾਰ ਜਾਂਦਾ ਹੈ। ਹਾਰ ਜੁਆਰ ਜੂਆ ਵਿਧੇ, ਕਿ ਜਿਸ ਪ੍ਰਕਾਰ ਜੁਆਰ ਜੂਆ ਖੇਡਣ ਵਾਲਾ ਜੂਏਬਾਜ਼ ਜੂਆ ਖੇਡਦਾ ਹਾਰ ਜਾਂਦਾ ਹੈ। ਉਸ ਦੇ ਵਿਧੇ, ਉਸੇ ਤਰ੍ਹਾਂ ਹੀ ਜੀਵ ਰੂਪ ਜੁਆਰੀਆ ਵਿਸ਼ੇ ਵਿਕਾਰਾ ਰੂਪੀ ਜੂਆ ਖੇਡ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਹਾਰ ਬੈਠਦਾ ਹੈ। ਤੇ ਇੰਦਰੀ ਵਸ ਲੈ ਜਿਤਨੋ, ਤੇ ਇੰਦਰੀਆਂ ਨੇ ਉਸ ਨੂੰ ਆਪਣੇ ਬਸ, ਆਪਣੇ ਅਧੀਨ ਲੈ ਕਰਕੇ ਜਿੱਤਣਾ ਕੀਤਾ ਹੈ। ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ, ਜਿਹੜਾ ਪਰਮੇਸ਼ਰ ਤਮਾਮ ਸਭ ਸ੍ਰਿਸ਼ਟੀ ਨੂੰ ਇੱਕ ਛਿਨ ਵਿੱਚ ਹੀ ਹਰਨ ਕਰਨ ਵਾਲਾ ਹੈ, ਨਾਸ ਕਰ ਦਿੰਦਾ ਹੈ, ਅਤੇ ਫਿਰ ਚਰਨ ਕਾਮਲ ਰੰਗ ਰਿਤਨੋ, ਅਤੇ ਫਿਰ ਭਰਨ ਪਾਲਣਾ ਕਰਦਾ ਹੈ ਕਿ ਉਹ ਵਾਹਿਗੁਰੂ, ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਤੋਂ ਬਿਨਾਂ ਰਿਤਨੋ ਹੁੰਦਾ, ਖਾਲੀ ਤੁਰਿਆ ਫਿਰਦਾ ਹੈ। ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ, ਜਿਹੜਾ ਪਰਮੇਸ਼ਰ ਸੰਪੂਰਨਾ ਤਮਾਮ ਸਭ ਸ੍ਰਿਸ਼ਟੀ ਨੂੰ
ਇੱਕ ਛਿਨ ਵਿੱਚ ਹੀ ਹਰਨ ਨਾਸ ਕਰ ਦਿੰਦਾ ਹੈ ਅਤੇ ਫਿਰ ਭਰਨ ਪਾਲਣਾ ਕਰਦਾ ਹੈ। ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਤੋਂ ਬਿਨਾ ਰੇਤਨਾ ਹੁੰਦਾ, ਖਾਲੀ ਤੁਰਿਆ ਫਿਰਦਾ ਹੈ ਇਹ ਜੀਵ। ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਸਾਧ ਸੰਗ ਸਤ ਸੰਗਤ ਕਰਕੇ ਉਧਰ ਗਏ ਹਾਂ, ਕਿਉਂਕਿ ਦਇਆ ਦੇ ਖਜ਼ਾਨੇ ਪਰਮੇਸ਼ਰ ਨੇ ਮੇਰੇ ਤਾਈਂ ਪੂਰੇ ਗੁਰਾਂ ਦੀ ਸੰਗਤ ਦਿੱਤੀ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਕਿ ਅਸੀਂ ਸਤ ਸੰਗਤ ਕਰਕੇ ਉਧਰ ਗਏ ਹਾਂ, ਧਰ ਗਏ ਹਾਂ। ਮਹਾਰਾਜ ਜੀ ਨੇ ਸਤ ਸੰਗਤ ਨੂੰ ਵੱਡਾ ਕਿਹਾ ਹੈ ਕਿ ਜਿਹੜਾ ਸਤ ਸੰਗਤ ਦੇ ਵਿੱਚ ਨਾਮ ਜਪੇਗਾ, ਸਤ ਸੰਗਤ ਕਰੇਗਾ, ਬਾਣੀ ਹਿਰਦੇ 'ਚ ਵਸਾ ਕੇ ਪ੍ਰੈਕਟੀਕਲੀ ਜੀਵਨ ਜਿਉਏਗਾ, ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ ਸਮਾਂ ਹੋ ਚੁੱਕਿਆ ਹੈ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ।